ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਪਹਿਲਾਂ ਖਬਰਾਂ ਵਿਚਾਰੀਆਂ ਜਾਣਗੀਆਂ, ਆਓ ਸੰਖੇਪ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਅਮਰੀਕਾ ਵਿੱਚ ਹੁਣ ਲੱਖਾਂ ਭਾਰਤੀ ਹੋਣਗੇ ਪੱਕੇ। ਟਰੰਪ ਨੇ ਹਾਲੇ ਵੀ ਨਹੀਂ ਮੰਨੀ ਹਾਰ। ਮਿਲਾਨੀਆ ਟਰੰਪ ਨੂੰ ਵਾਈਟ ਹਾਊਸ ਤੋਂ ਬਾਹਰ ਆਉਂਦੇ ਹੀ ਦੇ ਸਕਦੀ ਹੈ ਤਲਾਕ। ਜੇ ਕੋਈ ਮੌਜੂਦਾ ਰਾਸ਼ਟਰਪਤੀ ਹਾਰ ਸਵੀਕਾਰੇ ਨਾ, ਫਿਰ ਕੀ ਹੁੰਦਾ ਹੈ। ਟਰੰਪ ਨੇ ਆਪਣੇ 4 ਸਾਲ ਦੇ ਕਾਰਜਕਾਲ ਵਿੱਚ 20,000 ਤੋਂ ਜ਼ਿਆਦਾ ਬੋਲੇ ਝੂਠ। ਪ੍ਰਧਾਨ ਮੰਤਰੀ ਮੋਦੀ ਨੇ ਜੋ ਬਾਈਡਨ ਅਤੇ ਕਮਲਾ ਹੈਰਿਸ ਨੂੰ ਦਿੱਤੀ ਵਧਾਈ। ਭਾਰਤ ਵਿੱਚ ਨੋਟਬੰਦੀ ਦੀ ਚੌਥੀ ਵਰ੍ਹੇਗੰਢ। ਰਣਿੰਦਰ ਤੋਂ ਬਾਅਦ ਕਾਂਗਰਸ ਵਿਧਾਇਕਾਂ ਤੇ ਈਡੀ ਦੀ ਅੱਖ, ਜਲਦ ਹੋ ਸਕਦੀ ਹੈ ਕਾਰਵਾਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੁੱਦੇ ਨੂੰ ਲੈ ਕੇ ਅਮਿਤ ਸ਼ਾਹ ਨਾਲ ਕੀਤੀ ਗੱਲਬਾਤ। ਸਰਹੱਦ ਤੇ ਤਣਾਅ ਜਾਰੀ, ਗੱਲਬਾਤ ਬੇਸਿੱਟਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਮੈਂ ਚਰਚਾ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਇਹਨਾਂ ਖਬਰਾਂ ਨੂੰ ਵਿਸਥਾਰ ਦੇ ਨਾਲ ਵਿਚਾਰਿਆ ਜਾਵੇ, ਜੇਕਰ ਹਾਲੇ ਤੱਕ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ ਕਿ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ ਤਾਂ ਕਿ ਰੋਜ਼ਾਨਾ ਦੀ ਅਪਡੇਟ ਤੁਹਾਨੂੰ ਨਿਰਵਿਘਨ ਮਿਲਦੀ ਰਹੇ। ਤੇ ਆਓ ਸਭ ਤੋਂ ਪਹਿਲੀ ਖਬਰ ਵੱਲ ਆਪਾਂ ਰੁਖ ਕਰਦੇ ਹਾਂ। ਡੇਲੀ ਮੇਲ ਇੱਕ ਵੱਡਾ ਅਖਬਾਰ, ਉਹਨਾਂ ਨੇ ਇੱਕ ਸੁਰਖੀ, ਇੱਕ ਫਰੰਟ ਪੇਜ ਤੇ ਖਬਰ ਛਾਪੀ ਹੈ ਰਾਸ਼ਟਰਪਤੀ ਟਰੰਪ ਅਤੇ ਮਿਲਾਨੀਆ ਟਰੰਪ ਦੇ ਰਿਸ਼ਤੇ ਨੂੰ ਲੈ ਕੇ। ਤੁਹਾਨੂੰ ਪਤਾ ਹੈ ਕਿ ਚੋਣਾਂ ਰਾਸ਼ਟਰਪਤੀ ਟਰੰਪ ਹਾਰ ਚੁੱਕੇ ਹੈ, ਪਰ ਹਾਲੇ ਤੱਕ ਟਰੰਪ ਨੇ ਆਪਣੀ ਹਾਰ ਸਵੀਕਾਰੀ ਨਹੀਂ। ਉਹਨਾਂ ਨੇ ਬਾਈਡਨ ਦੀ ਜਿੱਤ ਦੇ ਦਾਅਵੇ ਦੇ 5 ਘੰਟੇ ਬਾਅਦ ਇੱਕ ਟਵੀਟ ਕੀਤਾ ਤੇ ਟਵੀਟ ਵਿੱਚ ਲਿਖਿਆ ਕਿ ਘਪਲੇਬਾਜ਼ੀ ਹੋਈ ਹੈ। ਕਹਿੰਦੇ ਚੋਣਾਂ ਤਾਂ ਮੈਂ ਜਿੱਤੇ ਹਾਂ, 7 ਕਰੋੜ ਤੋਂ ਵੱਧ ਲੋਕਾਂ ਨੇ ਵੋਟਾਂ ਮੈਨੂੰ ਪਾਈਆਂ ਨੇ। ਪਰ ਡੇਲੀ ਮੇਲ ਨੇ ਫਰੰਟ ਪੇਜ ਤੇ ਜਿਹੜੀ ਖਬਰ ਛਾਪੀ ਹੈ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਅਖਬਾਰ ਨੇ ਲਿਖਿਆ ਕਿ ਟਰੰਪ ਦੀ ਘਰਵਾਲੀ ਮਿਲਾਨੀਆ, ਉਹਨਾਂ ਦੀ ਇੱਕ ਸਾਬਕਾ ਸਹਿਯੋਗੀ, ਕਹਿੰਦੇ ਉਹਨਾਂ ਦੇ ਹਵਾਲੇ ਨਾਲ ਅਸੀਂ ਆਹ ਖਬਰ ਛਾਪ ਰਹੇ ਹਾਂ ਕਿ ਚੋਣਾਂ ਹਾਰ ਜਾਣ ਦੇ ਬਾਅਦ ਮਿਲਾਨੀਆ ਟਰੰਪ ਦਾ ਸਾਥ ਛੱਡ ਸਕਦੀ ਹੈ। ਡੇਲੀ ਮੇਲ ਦੀ ਇਸ ਰਿਪੋਰਟ ਦੇ ਅਨੁਸਾਰ ਮਿਲਾਨੀਆ ਟਰੰਪ ਦੀ ਸਾਬਕਾ ਸਹਿਯੋਗੀ ਹੈ ਸਟੇਫਨੀ ਵੋਲਕੋਫ। ਸਟੇਫਨੀ ਦਾ ਦਾਅਵਾ ਹੈ ਕਿ ਮਿਲਾਨੀਆ ਵਿਆਹ ਤੋਂ ਬਾਅਦ ਕਈ ਸਮਝੌਤਿਆਂ ਦੇ ਤਹਿਤ ਟਰੰਪ ਦੇ ਨਾਲ ਰਹਿ ਰਹੀ ਹੈ, ਜਿਸ ਵਿੱਚ ਉਹਨਾਂ ਦੇ ਬੇਟੇ ਦੇ ਨਾਲ ਟਰੰਪ ਦੀ ਜਾਇਦਾਦ ਵਿੱਚੋਂ ਬਰਾਬਰ ਦੀ ਹਿੱਸੇਦਾਰੀ ਦੀ ਵੀ ਇੱਕ ਮੰਗ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਅਮਰੀਕਾ ਦੀ ਰਾਸ਼ਟਰਪਤੀ ਰਿਹਾਇਸ਼ ਜਿਹੜੀ ਵਾਈਟ ਹਾਊਸ ਹੈ, ਉਸ ਦੇ ਵਿੱਚ ਰਾਸ਼ਟਰਪਤੀ ਟਰੰਪ ਅਤੇ ਮਿਲਾਨੀਆ ਦੇ ਬੈਡਰੂਮ ਵੱਖੋ ਵੱਖਰੇ ਹੈ। ਉਹਨਾਂ ਇਹ ਵੀ ਕਿਹਾ ਕਿ ਟਰੰਪ ਅਤੇ ਮਿਲਾਨੀਆ ਦੇ ਵਿਆਹ ਨੂੰ ਇੱਕ ਕਰਾਰ ਆਖਿਆ ਜਾ ਸਕਦਾ, ਇੱਕ ਸਮਝੌਤਾ ਆਖਿਆ ਜਾ ਸਕਦਾ। ਉਧਰ ਡੋਨਲਡ ਟਰੰਪ ਦੀ ਸਾਬਕਾ ਰਾਜਨੀਤਿਕ ਸਹਿਯੋਗੀ ਨੇ ਐਮਰੋਜ਼ਾ ਮੈਨਗਲਾਟ, ਉਹਨਾਂ ਨੇ ਦਾਅਵਾ ਕੀਤਾ ਕਿ ਟਰੰਪ ਅਤੇ ਮਿਲਾਨੀਆ ਦਾ ਵਿਆਹ ਲਗਭਗ 15 ਸਾਲ ਪੁਰਾਣਾ ਹੈ ਤੇ ਜਿਹੜਾ ਸ਼ਾਇਦ ਹੁਣ ਖਤਮ ਹੋਣ ਕਿਨਾਰੇ ਹੈ। ਉਹ ਕਹਿੰਦੇ ਮਿਲਾਨੀਆ ਹਰ ਮਿੰਟ ਦੀ ਗਿਣਤੀ ਕਰ ਰਹੀ ਹੈ ਕਿ ਕਦੋਂ ਵਾਈਟ ਹਾਊਸ ਤੋਂ ਬਾਹਰ ਜਾਈਏ ਤੇ ਕਦੋਂ ਮੈਂ ਟਰੰਪ ਨੂੰ ਤਲਾਕ ਦੇਵਾਂ। ਉਹਨਾਂ ਕਿਹਾ ਕਿ ਮਿਲਾਨੀਆ ਟਰੰਪ ਤੋਂ ਬਦਲਾ ਲੈਣ ਲਈ ਕੋਈ ਨਾ ਕੋਈ ਰਸਤਾ ਲੱਭ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਤੇ ਜਿਹੜਾ ਮਿਲਾਨੀਆ ਦੀ ਪ੍ਰੇਮ ਕਹਾਣੀ ਸੀ, ਉਸ ਵਕਤ ਟਰੰਪ 52 ਦਾ, ਮਿਲਾਨੀਆ 28 ਦੀ ਸੀ ਤੇ ਇਹ ਇੱਕ ਆਯੋਜਿਤ ਫੈਸ਼ਨ ਵੀਕ ਦੀ ਪਾਰਟੀ ਦੌਰਾਨ ਦੋਵਾਂ ਦੀ ਮੁਲਾਕਾਤ ਹੁੰਦੀ ਹੈ ਤੇ ਆਪਸ ਦੇ ਵਿੱਚ ਗੱਲਬਾਤ ਦਾ ਫਿਰ ਸਿਲਸਿਲਾ ਸ਼ੁਰੂ ਹੋ ਗਿਆ। ਤੇ ਬਾਅਦ ਦੇ ਵਿੱਚ ਸਾਲ 2004 ਵਿੱਚ ਟਰੰਪ ਨੇ ਮਿਲਾਨੀਆ ਨੂੰ $1.5 ਮਿਲੀਅਨ ਦੀ ਡਾਇਮੰਡ ਰਿੰਗ ਦੇ ਕੇ ਵਿਆਹ ਵਾਸਤੇ ਪ੍ਰਪੋਜ਼ ਕੀਤਾ ਸੀ ਅਤੇ ਬਾਅਦ ਦੇ ਵਿੱਚ 22 ਜਨਵਰੀ 2005 ਨੂੰ ਦੋਵਾਂ ਨੇ ਵਿਆਹ ਕੀਤਾ ਸੀ। ਪਰ ਮਿਲਾਨੀਆ ਟਰੰਪ ਇੱਕ ਇੰਟਰਵਿਊ ਵਿੱਚ ਦਾਅਵਾ ਕਰ ਚੁੱਕਿਆ ਕਿ ਸਾਡਾ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਹੈ। ਉਹਨਾਂ ਟਰੰਪ ਦੀ ਤਾਰੀਫ ਵੀ ਕੀਤੀ ਸੀ ਕਿ ਕਦੇ ਮੈਨੂੰ ਕਿਸੇ ਗੱਲ ਤੇ ਟੋਕਦੇ ਨਹੀਂ, ਮੇਰੇ ਨਾਲ ਬਹਿਸ ਨਹੀਂ ਕਰਦੇ। ਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਟਰੰਪ ਨੇ ਆਪਣੀ ਪਹਿਲੀ ਪਤਨੀ ਮਾਰਲਾ ਨੇਪਲਸ ਦੇ ਨਾਲ ਜਦੋਂ ਵਿਆਹ ਤੋੜਿਆ ਸੀ ਤੇ ਉਹਦੇ ਨਾਲ ਇੱਕ ਸਮਝੌਤਾ ਕੀਤਾ ਸੀ ਕਿ ਇਹ ਵਿਆਹ ਟੁੱਟਣ ਤੋਂ ਬਾਅਦ ਉਹ ਕਿਸੇ ਮੀਡੀਆ ਨਾਲ ਮੁਲਾਕਾਤ ਭਾਵ ਇੰਟਰਵਿਊ ਨਹੀਂ ਕਰ ਸਕਦੀ, ਉਹ ਕੋਈ ਕਿਤਾਬ ਪਬਲਿਸ਼ ਕਰਵਾ ਨਹੀਂ ਸਕਦੀ, ਭਾਵ ਇਕਰਾਰਨਾਮਾ ਕਰਨ ਤੋਂ ਬਾਅਦ ਉਹ ਵਿਆਹ ਤੋੜਿਆ ਸੀ। ਹੁਣ ਵੇਖਦੇ ਹਾਂ ਕਿ ਇਹ ਵਿਆਹ ਚੱਲਦਾ ਹੈ ਜਾਂ ਸਿਰਫ ਇਹ ਕਿਆਸ ਰਾਈਆਂ ਨੇ। ਹੁਣ ਅਗਲੀ ਖਬਰ ਆ ਭਾਰਤੀ ਲੋਕਾਂ ਦੇ ਵਾਸਤੇ ਜਿਹੜੇ ਅਮਰੀਕਾ ਦੇ ਵਿੱਚ ਹਾਲੇ ਕੱਚੇ ਨੇ, ਉਹਨਾਂ ਵਾਸਤੇ ਸ਼ਾਇਦ ਚੰਗੀ ਖਬਰ ਹੋਣੀ ਹੈ, ਕਿਉਂਕਿ ਜਦੋਂ ਰਾਸ਼ਟਰਪਤੀ ਚੋਣ ਵਾਸਤੇ ਕੰਪੇਨਿੰਗ ਵੀ ਕੀਤੀ ਜਾ ਰਹੀ ਸੀ, ਬਹੁਤ ਸਾਰੇ ਲੋਕਾਂ ਨੂੰ ਆਸ ਸੀ ਕਿ ਜੇਕਰ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ ਜਿੱਤਦੇ ਹੈ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਰਸਤੇ ਦੀਆਂ ਕੁਝ ਮੁਸ਼ਕਲਾਂ ਘੱਟ ਹੋ ਜਾਣ, ਕਿਉਂਕਿ ਤੁਹਾਨੂੰ ਪਤਾ ਹੋਣਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਲਗਭਗ ਢਿੰਬਰੀ ਟਾਈਟ ਕਰਕੇ ਰੱਖੀ।
ਹੁਣ ਜੋ ਬਾਈਡਨ ਨੇ ਸ਼ਾਨਦਾਰ ਜਿੱਤ ਦਰਜ ਕਰ ਲਈ ਹੈ। ਅਮਰੀਕਾ ਦੇ ਜੋ ਬਾਈਡਨ ਚੁਣੇ ਜਾਣ ਤੋਂ ਬਾਅਦ ਲਗਭਗ 5 ਲੱਖ ਭਾਰਤੀਆਂ ਸਮੇਤ 1 ਕਰੋੜ ਤੇ 10 ਲੱਖ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਹੁਣ ਹੋ ਸਕਦਾ ਹੈ ਕਿ ਅਮਰੀਕਾ ਦੇ ਵਿੱਚ ਪੱਕੇ ਹੋਣ ਦਾ ਰਸਤਾ ਸੁਖਾਲਾ ਹੋ ਗਿਆ ਹੈ। ਨਾਗਰਿਕਤਾ ਪ੍ਰਦਾਨ ਕਰਨ ਦਾ ਰੋਡ ਮੈਪ ਉਹ ਕਹਿੰਦੇ ਲੱਗਦਾ ਹੈ ਇਹ ਤਿਆਰ ਕਰਨਗੇ, ਜਿਨ੍ਹਾਂ ਦੇ ਕੋਲ ਇਸ ਵਕਤ ਅਮਰੀਕਾ ਵਿੱਚ ਕੋਈ ਦਸਤਾਵੇਜ਼ ਨਹੀਂ ਨੇ। ਇਸ ਦੇ ਨਾਲ ਹੀ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਵਾਲੀ ਪ੍ਰਣਾਲੀ ਵੀ ਜੋ ਬਾਈਡਨ ਬਣਾਉਣਗੇ। ਬਾਈਡਨ ਦੀ ਮੁਹਿੰਮ ਦੇ ਵੱਲੋਂ ਜਾਰੀ ਇੱਕ ਨੀਤੀਗਤ ਦਸਤਾਵੇਜ਼ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦਸਤਾਵੇਜ਼ ਦੇ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਜਲਦੀ ਹੀ ਕਾਂਗਰਸ ਦੇ ਵਿੱਚ ਇੱਕ ਇਮੀਗ੍ਰੇਸ਼ਨ ਸੁਧਾਰ ਕਾਨੂੰਨ ਪਾਸ ਕਰਵਾਉਣ ਤੇ ਕੰਮ ਸ਼ੁਰੂ ਕਰਨਗੇ, ਜਿਸ ਦੇ ਜ਼ਰੀਏ ਉਹਨਾਂ ਦੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਏਗਾ ਤੇ ਇਸ ਦੇ ਤਹਿਤ 5 ਲੱਖ ਤੋਂ ਵੱਧ ਭਾਰਤੀਆਂ ਸਮੇਤ 1 ਕਰੋੜ 10 ਲੱਖ ਅਜਿਹੇ ਗੈਰ ਪ੍ਰਵਾਸੀ ਅਮਰੀਕੀਆਂ ਨੂੰ ਨਾਗਰਿਕਤਾ ਪ੍ਰਦਾਨ ਸ਼ਾਇਦ ਕੀਤੀ ਜਾ ਸਕੇ ਜਿਨ੍ਹਾਂ ਦੇ ਕੋਲ ਕੋਈ ਦਸਤਾਵੇਜ਼ ਨਹੀਂ। ਇਸ ਦਸਤਾਵੇਜ਼ ਦੇ ਮੁਤਾਬਕ ਉਹ ਅਮਰੀਕਾ ਵਿੱਚ ਸਾਲਾਨਾ 1,25,000 ਸ਼ਰਨਾਰਥੀਆਂ ਦੇ ਦਾਖਲ ਹੋਣ ਦਾ ਟੀਚਾ ਨਿਰਧਾਰਿਤ ਕਰਨਗੇ। ਇਸ ਦੇ ਇਲਾਵਾ ਸਾਲਾਨਾ ਘੱਟੋ ਘੱਟ 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੇ ਲਈ ਕਾਂਗਰਸ ਦੇ ਨਾਲ ਉਹ ਮਿਲ ਕੇ ਕੰਮ ਕਰਨਗੇ। ਹੁਣ ਦੇਖੋ ਕਿ ਜੇਕਰ ਬਾਈਡਨ ਪ੍ਰਸ਼ਾਸਨ ਪਰਿਵਾਰ ਆਧਾਰਿਤ ਇਮੀਗ੍ਰੇਸ਼ਨ ਦਾ ਸਮਰਥਨ ਕਰੇਗਾ ਅਤੇ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਮੂਲ ਸਿਧਾਂਤ ਦੇ ਜਿਹੜੇ ਰੂਪ ਦੇ ਵਿੱਚ ਪਰਿਵਾਰ ਨੂੰ ਆਪਾਂ ਇਕੱਠੇ ਕਰਨ ਦੇ ਵਾਸਤੇ ਫੈਮਿਲੀ ਰੀਯੂਨੀਫਿਕੇਸ਼ਨ ਦੀ ਗੱਲ ਕਰੇਗਾ ਤੇ ਇਸ ਦੇ ਵਿੱਚ ਬੈਕਲੌਗ ਨੂੰ ਘੱਟ ਕਰਨ ਦਾ ਕੰਮ ਵੀ ਉਹਨਾਂ ਨੂੰ ਨਾਲੋਂ ਨਾਲ ਕਰਨਾ ਪੈਣਾ ਹੈ। ਪਰ ਇਹ ਪਿੱਛੇ ਜੇਕਰ ਅਮਰੀਕਾ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ, ਜਦੋਂ ਵੀ ਡੈਮੋਕ੍ਰੇਟਸ ਆਉਂਦੇ ਨੇ ਤੇ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਥੋੜੀਆਂ ਉਹ ਢਿੱਲੀਆਂ ਕਰ ਦਿੰਦੇ ਆ ਤੇ ਜਦੋਂ ਰਿਪਬਲਿਕਨ ਆਉਂਦੇ ਆ ਥੋੜੀ ਜਿਹੀ ਢਿੰਬਰੀ ਟਾਈਟ ਕਰ ਦਿੰਦੇ ਆ। ਤੇ ਸ਼ਾਇਦ ਤੁਹਾਨੂੰ ਯਾਦ ਹੋਣਾ ਕਿ H-1B ਵੀਜ਼ਾ ਜਿਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਪਾਬੰਦੀ ਲਾ ਦਿੱਤੀ ਸੀ, ਦਸੰਬਰ ਤੱਕ ਉਹ ਰੋਕੇ ਹੋਏ ਸੀ, ਉਹਨਾਂ ਨੂੰ ਵੀ ਉਮੀਦ ਵੱਧ ਗਈ ਹੈ, ਜਿਸ ਦੇ ਵਿੱਚ ਭਾਰਤ ਦੇ ਪੇਸ਼ੇਵਰ IT ਨਾਲ ਸੰਬੰਧਿਤ ਲੋਕ ਬਹੁਤ ਵੱਡੀ ਗਿਣਤੀ ਵਿੱਚ ਮਾਰ ਹੇਠ ਆਏ ਸੀ। ਤੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜੋ ਬਾਈਡਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਹੀ ਕਿਹਾ ਕਿ ਮੈਂ ਅਮਰੀਕਾ ਦੇ ਲੋਕਾਂ ਨਾਲ ਵਾਅਦਾ ਕਰਦਾ, ਮੈਂ ਅਮਰੀਕਾ ਨੂੰ ਤੋੜਾਂਗਾ ਨਹੀਂ, ਮੈਂ ਜੋੜਾਂਗਾ। ਮੈਂ ਸਮਾਜ ਨੂੰ ਜੋੜਨ ਦਾ ਕੰਮ ਕਰਾਂਗਾ, ਤੋੜਨ ਦਾ ਕੰਮ ਨਹੀਂ ਕਰਾਂਗਾ। ਉਹਨਾਂ ਇਹ ਵੀ ਕਿਹਾ ਕਿ ਮੈਂ ਸਾਰੇ ਘੱਟ ਗਿਣਤੀ ਫਿਰਕਿਆਂ ਨੂੰ ਤੇ ਸਾਰਿਆਂ ਨੂੰ ਭਾਵ ਹਰ ਇੱਕ ਅਮਰੀਕਨ ਵਾਸਤੇ ਇੱਕੋ ਜਿਹੇ ਤਰੀਕੇ ਨਾਲ ਪਾਲਿਸੀਆਂ ਬਣਾਵਾਂਗਾ ਅਤੇ ਸਾਰਿਆਂ ਨੂੰ ਇੱਕ ਸਮਾਨ ਮੌਕੇ ਅਮਰੀਕਾ ਵਿੱਚ ਪ੍ਰਦਾਨ ਕੀਤੇ ਜਾਣਗੇ। ਇਹ ਉਹਨਾਂ ਦਾ ਪਹਿਲਾ ਭਾਸ਼ਣ ਹੈ। ਹੁਣ ਵੇਖਦੇ ਹਾਂ ਕਿ ਚੁਣੇ ਜਾਣ ਤੋਂ ਬਾਅਦ, ਸਹੁੰ ਚੁੱਕਣ ਤੋਂ ਬਾਅਦ ਕਿ ਇਹਨਾਂ ਦਾਅਵਿਆਂ ਦੇ ਉੱਤੇ, ਵਾਅਦਿਆਂ ਦੇ ਉੱਤੇ ਉਹ ਖਰੇ ਉਤਰਦੇ ਨੇ ਜਾਂ ਨਹੀਂ। ਪਰ ਅਮਰੀਕਾ ਦੇ ਲੋਕਾਂ ਨੇ ਫਤਵਾ ਉਹਨਾਂ ਦੇ ਹੱਕ ਵਿੱਚ ਦੇ ਦਿੱਤਾ ਹੈ। ਪਰ ਦੂਸਰੇ ਪਾਸੇ ਜਿੱਥੇ ਜੋ ਬਾਈਡਨ ਚੋਣਾਂ ਸ਼ਾਨਦਾਰ ਤਰੀਕੇ ਨਾਲ ਜਿੱਤ ਚੁੱਕੇ ਨੇ, ਜਸ਼ਨ ਮਨਾਏ ਜਾ ਰਹੇ ਨੇ, ਉੱਥੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਹਾਲੇ ਤੱਕ ਹਾਰ ਮੰਨ ਨਹੀਂ ਰਹੇ। ਬਾਈਡਨ ਦੇ ਜਿੱਤ ਦਾ ਐਲਾਨ ਹੋ ਚੁੱਕਿਆ। ਲਗਭਗ 5 ਘੰਟੇ ਚੁੱਪ ਰਹੇ ਰਾਸ਼ਟਰਪਤੀ ਟਰੰਪ, ਪਰ ਉਹਦੇ ਤੋਂ ਬਾਅਦ ਇੱਕ ਟਵੀਟ ਕੀਤਾ। ਉਹਦੇ 'ਚ ਉਹਨੇ ਖੁਦ ਨੂੰ ਜਿੱਤਣ ਦਾ ਦਾਅਵਾ ਕੀਤਾ ਤੇ ਨਾਲ ਹੀ ਚੋਣ ਪ੍ਰਕਿਰਿਆ ਦੇ ਉੱਤੇ ਵੱਡੇ ਪੱਧਰ ਤੇ ਧੋਖਾਧੜੀ ਦੇ ਦੋਸ਼ ਲਾ ਦਿੱਤੇ। ਟਰੰਪ ਨੇ ਟਵੀਟ ਕੀਤਾ ਕਿ ਸੁਪਰਵਾਈਜ਼ਰਾਂ ਨੂੰ ਕਾਊਂਟਿੰਗ ਰੂਮ ਦੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਇਹ ਚੋਣਾਂ ਮੈਂ ਹੀ ਜਿੱਤੀਆਂ ਨੇ, ਮੈਨੂੰ 7 ਕਰੋੜ ਤੇ 10 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾਏ ਹੈ। ਇਸ ਪੂਰੀ ਪ੍ਰਕਿਰਿਆ ਦੌਰਾਨ ਉਹ ਕਹਿੰਦੇ ਕਈ ਗਲਤ ਚੀਜ਼ਾਂ ਹੋਈਆਂ ਨੇ, ਜਿਸ ਕਾਰਨ ਮੈਂ ਇਹ ਚੋਣਾਂ ਆਪ ਜਿੱਤੀਆਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ। ਭਾਵੇਂ ਕਿ ਟਰੰਪ ਨੇ ਟਵੀਟ ਦੇ ਹੇਠਾਂ ਇੱਕ ਲਾਈਨ ਟਵਿੱਟਰ ਨੇ ਲਾ ਦਿੱਤੀ ਹੈ, ਉਹਨਾਂ ਦੀ ਵੈਧਤਾ ਨੂੰ ਚੁਣੌਤੀ ਦੇ ਦਿੱਤੀ ਹੈ। ਟਵਿੱਟਰ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਚੁਣਾਵੀ ਧੋਖਾਧੜੀ ਦੇ ਬਾਰੇ ਇਹ ਦਾਅਵਾ ਵਿਵਾਦਤ ਹੈ। ਉੱਥੇ ਹੀ ਟਰੰਪ ਨੇ ਇੱਕ ਹੋਰ ਟਵੀਟ ਵੀ ਕੀਤਾ, ਕਿਉਂਕਿ ਟਰੰਪ ਟਵੀਟ ਕਰਨ ਦੇ ਵਿੱਚ ਮਾਹਰ ਨੇ। ਉਹ ਕਹਿੰਦੇ ਅਮਰੀਕੀ ਇਤਿਹਾਸ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਨੂੰ ਮਿਲਣ ਵਾਲੇ ਸਭ ਤੋਂ ਵੱਧ ਵੋਟ ਮੈਨੂੰ ਮਿਲੇ ਹੈ। ਹੁਣ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੀਆਂ ਚੋਣਾਂ ਦਾ ਨਤੀਜਾ ਭਾਵੇਂ ਆ ਚੁੱਕਿਆ ਹੈ। ਬਾਈਡਨ ਅਧਿਕਾਰਤ ਤੌਰ ਤੇ ਜਿੱਤ ਉਹਨਾਂ ਦੀ ਐਲਾਨੀ ਜਾ ਚੁੱਕੀ ਹੈ, ਕਿਉਂਕਿ ਰਾਸ਼ਟਰਪਤੀ ਟਰੰਪ ਨੂੰ 214 ਇਲੈਕਟੋਰਲ ਵੋਟ ਮਿਲੇ, ਜਦੋਂ ਕਿ ਉਹਨਾਂ ਨੇ 290 ਦਾ ਅੰਕੜਾ ਹਾਸਲ ਕਰ ਲਿਆ ਸੀ। ਪਰ ਹਾਲੇ ਵੀ ਕਿਤੇ ਨਾ ਕਿਤੇ ਉਹ ਆਪਣੀ ਹਾਰ ਸਵੀਕਾਰ ਨਹੀਂ ਕਰ ਰਹੇ। ਪਰ ਹੁਣ ਜਦੋਂ ਉਹ ਆਪਣੀ ਹਾਰ ਨਹੀਂ ਸਵੀਕਾਰ ਕਰ ਰਹੇ, ਹੋ ਸਕਦਾ ਹੈ ਕਿ ਅੜੀਅਲ ਸੁਭਾਅ ਦੇ ਮਾਲਕ ਨੇ ਰਾਸ਼ਟਰਪਤੀ ਟਰੰਪ। ਜੇਕਰ ਕੋਈ ਮੌਜੂਦਾ ਰਾਸ਼ਟਰਪਤੀ ਹੁਣ ਹਾਰ ਸਵੀਕਾਰ ਨਾ ਕਰੇ ਤੇ ਫਿਰ ਕੀ ਹੁੰਦਾ? ਇਹ ਬਹੁਤ ਵੱਡਾ ਸਵਾਲ ਹੈ ਤੇ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਵੀ ਇਹ ਸਵਾਲ ਆਏ ਨੇ ਕਿ ਜੇ ਉਹ ਵਾਈਟ ਹਾਊਸ ਦੇ ਵਿੱਚੋਂ ਨਿਕਲਿਆ ਨਾ, ਜਿਵੇਂ ਸਾਡੇ ਵਾਲੇ ਕਈ ਵਾਰੀ ਹਾਰ ਜਾਂਦੇ ਆ
ਸਰਕਾਰੀ ਕੋਠੀਆਂ ਖਾਲੀ ਨਹੀਂ ਕਰਦੇ। ਕਈ ਵਾਰੀ ਉਹਨਾਂ ਨੂੰ ਦੱਸਿਆ ਜਾਂਦਾ ਭਾਈ ਨਵੇਂ ਬੰਦੇ ਨੂੰ, ਨਵੇਂ ਮਿਨਿਸਟਰ ਨੂੰ ਅਸੀਂ ਕੋਠੀ ਅਲਾਉਡ ਕਰਨੀ ਹੈ, ਤਾਂ ਵੀ ਨਹੀਂ ਛੱਡਦੇ। ਜੇ ਇੰਝ ਹੋ ਜੇ ਤਾਂ ਫਿਰ ਅਮਰੀਕਾ ਦੇ ਵਿੱਚ ਕੀ ਹੋਏਗਾ? ਇਹ ਕੋਈ ਨਵੀਂ ਗੱਲ ਨਹੀਂ। ਅਮਰੀਕਾ ਦੇ ਵਿੱਚ ਸਾਲ 1800 ਦੇ ਵਿੱਚ ਹੋਈਆਂ ਚੋਣਾਂ ਤੋਂ ਬਾਅਦ 4 ਮਾਰਚ 1801 ਨੂੰ ਅਮਰੀਕਾ ਦੇ ਦੂਸਰੇ ਰਾਸ਼ਟਰਪਤੀ ਸਨ ਜੌਨ ਉਹਨਾਂ ਨੇ ਆਪਣੇ ਵਿਰੋਧੀ ਥਾਮਸ ਜੈਫਰਸਨ ਨੂੰ ਸੱਤਾ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੱਕ ਮਿਡ ਡੇ 20 ਜਨਵਰੀ ਦਾ ਨਿਯਮ ਹੋਂਦ ਵਿੱਚ ਨਹੀਂ ਆਇਆ ਸੀ। ਐਡਮੰਡਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਦੋਂ ਪ੍ਰਸ਼ਾਸਨ ਨੇ ਉਹਨਾਂ ਤੋਂ ਕਿਨਾਰਾ ਕਰਨਾ ਹੌਲੀ ਹੌਲੀ ਸ਼ੁਰੂ ਕਰ ਦਿੱਤਾ ਸੀ। ਥਾਮਸ ਨੇ ਜਿਸ ਸਮਾਗਮ ਵਿੱਚ ਸਹੁੰ ਚੁੱਕੀ ਉਸ ਵਿੱਚ ਵਾਈਟ ਹਾਊਸ ਦੇ ਸਟਾਫ ਨੇ ਹਿੱਸਾ ਨਹੀਂ ਸੀ ਲਿਆ, ਪਰ ਉਹਨਾਂ ਦੇ ਸਹੁੰ ਲੈਣ ਤੋਂ ਬਾਅਦ ਵਾਈਟ ਹਾਊਸ ਐਡਮੰਡਸ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਾਈਟ ਹਾਊਸ ਦੇ ਵਿੱਚੋਂ ਉਠਾਉਣ ਲੱਗਿਆ ਸੀ ਅਤੇ ਉਹਨਾਂ ਦਾ ਅਧਿਕਾਰ ਜਿਹੜਾ ਭਾਸ਼ਣ ਸੀ ਉਹਦੇ ਪ੍ਰਸਾਰਣ ਨੂੰ ਵੀ ਵਿਚਕਾਰੀ ਰੋਕ ਦਿੱਤਾ ਗਿਆ ਸੀ। ਰਾਸ਼ਟਰਪਤੀ ਦੇ ਪੂਰੇ ਸਟਾਫ ਨੂੰ ਐਡਮੰਡਸ ਤੋਂ ਹੁਕਮ ਲੈਣ ਤੋਂ ਵੀ ਰੋਕ ਦਿੱਤਾ ਗਿਆ ਸੀ। ਹੁਣ ਜੇਕਰ ਇਸ ਤਰ੍ਹਾਂ ਦੀ ਹਾਲਤ ਫਿਰ ਬਣ ਜਾਏ, ਜੇਕਰ ਹਾਰਨ ਵਾਲਾ ਵਿਅਕਤੀ ਰਾਸ਼ਟਰਪਤੀ ਵਾਈਟ ਹਾਊਸ ਦੇ ਵਿੱਚੋਂ ਬਾਹਰ ਨਿਕਲ ਤੋਂ ਇਨਕਾਰ ਕਰ ਦੇਵੇ, ਜਿਸ ਤਰ੍ਹਾਂ ਰਾਸ਼ਟਰਪਤੀ ਟਰੰਪ ਇਸ ਵਕਤ ਹਾਰ ਚੁੱਕੇ ਨੇ, ਪਰ ਉਹ ਕਹਿਣ ਮੈਂ ਵਾਈਟ ਹਾਊਸ ਦੇ ਵਿੱਚੋਂ ਬਾਹਰ ਨਹੀਂ ਜਾਣਾ, ਤਾਂ ਫਿਰ ਕੀ ਹੁੰਦਾ? ਤਾਂ ਫਿਰ ਸੱਤਾ ਦੇ ਸਾਰੇ ਗੈਰ ਸਿਆਸੀ ਸੁਤੰਤਰ ਅੰਗ, ਜਿਨ੍ਹਾਂ ਦੇ ਵਿੱਚ ਆਰਮੀ ਹੈ, ਜਿਨ੍ਹਾਂ ਦੇ ਵਿੱਚ ਸੀਕ੍ਰੇਟ ਸਰਵਿਸ ਹੈ, ਜਿਹਦੇ ਵਿੱਚ CIA ਹੈ, ਜਿਹਦੇ ਵਿੱਚ FBI ਹੈ ਅਤੇ ਪੂਰਾ ਵਾਈਟ ਹਾਊਸ ਦਾ ਸਟਾਫ ਸ਼ਾਮਲ ਹੈ, ਕਿਸੇ ਵੀ ਅਪਮਾਨਜਨਕ ਹਾਲਤ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਵਾਸਤੇ ਇੱਕ ਵਿਸ਼ੇਸ਼ ਕੋਡ ਦਾ ਇੰਤਜ਼ਾਮ ਕਰਦਾ ਹੈ ਤੇ ਉਸ ਕੋਡ ਦੇ ਰਾਹੀਂ ਉਹ ਸਾਰਿਆਂ ਨੂੰ ਉਸ ਆਦਮੀ, ਭਾਵ ਜਿਹੜਾ ਰਾਸ਼ਟਰਪਤੀ ਹਾਰ ਚੁੱਕਿਆ ਹੋਵੇ, ਭਾਵੇਂ ਉਹ ਆਦਮੀ ਹੋਵੇ ਜਾਂ ਔਰਤ ਹੋਵੇ, ਉਹਦੇ ਕੰਮ ਕਰਨ ਦੇ ਹੁਕਮਾਂ ਤੋਂ ਇਨਕਾਰੀ ਹੋ ਜਾਂਦਾ, ਆਕੀ ਹੋ ਜਾਂਦਾ ਤੇ ਚੁਣਿਆ ਹੋਇਆ ਜਿਹੜਾ ਵਿਅਕਤੀ, ਜਿਸ ਤਰ੍ਹਾਂ ਜੋ ਬਾਈਡਨ ਨੇ, ਉਸ ਕੋਡ ਦੇ ਤਹਿਤ ਉਸ ਚੁਣੇ ਹੋਏ ਵਿਅਕਤੀ ਦੇ ਉਹ ਹੁਕਮ ਮੰਨਣ ਵਾਸਤੇ ਪਾਬੰਦ ਹੋ ਜਾਂਦੇ ਨੇ। ਪਰ ਹੁਣ ਦੇਖਦੇ ਹਾਂ ਕਿ ਸੁਖਾਲਾ ਹੀ ਵਾਈਟ ਹਾਊਸ ਤੋਂ ਬਾਹਰ ਉਹ ਨਿਕਲਦੇ ਨੇ ਜਾਂ ਫਿਰ ਆ ਕੋਡ ਦੀ ਵਰਤੋਂ ਕਰਨ ਦੇ ਵਾਸਤੇ ਆ ਸਾਰੀਆਂ ਸਰਵਿਸਿਜ਼ ਏਜੰਸੀਆਂ ਮਜਬੂਰ ਹੁੰਦੀਆਂ ਨੇ। ਹੁਣ ਰਾਸ਼ਟਰਪਤੀ ਟਰੰਪ ਦਾ 4 ਸਾਲ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ, ਕਿਉਂਕਿ ਹਾਲੇ ਜਨਵਰੀ ਤੱਕ ਉਹ ਰਾਸ਼ਟਰਪਤੀ ਤੇ ਅਹੁਦੇ ਤੇ ਜਦੋਂ ਤੱਕ ਚੁਣੇ ਹੋਏ ਰਾਸ਼ਟਰਪਤੀ ਆਪਣੀ ਸਹੁੰ ਨਹੀਂ ਚੁੱਕ ਲੈਂਦੇ, ਉਦੋਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਉਹ ਨੇ। ਹੁਣ ਪਤਾ ਲੱਗ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੇ ਆਪਣੇ 4 ਸਾਲ ਦੇ ਰਾਸ਼ਟਰਪਤੀ ਅਹੁਦੇ ਦੇ ਇਸ ਕਾਰਜਕਾਲ ਦੇ ਵਿੱਚ ਇੱਕ ਦਿਨ ਦੇ ਵਿੱਚ ਇੱਕ ਨਹੀਂ ਕਈ ਭਾਵ ਅਨੇਕਾਂ ਝੂਠ ਬੋਲੇ ਹੈ। 4 ਸਾਲਾਂ ਦੇ ਕਾਰਜਕਾਲ ਦੇ ਵਿੱਚ 20,000 ਤੋਂ ਵੱਧ ਝੂਠ ਬੋਲੇ ਹੈ। ਫੈਕਟ ਚੈੱਕ ਕਰਨ ਵਾਲੀ ਵੈਬਸਾਈਟ ਪੋਲਿਟੀਫੈਕਟ ਦੇ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ ਟਰੰਪ ਦੇ ਅੱਧੇ ਤੋਂ ਵਧੇਰੇ ਬਿਆਨ ਝੂਠੇ। ਵਾਸ਼ਿੰਗਟਨ ਪੋਸਟ ਦੇ ਡੇਟਾਬੇਸ ਮੁਤਾਬਕ ਉਹਨਾਂ ਨੇ ਆਪਣਾ ਕਾਰਜਭਾਗ ਸੰਭਾਲਣ ਤੋਂ ਬਾਅਦ ਦਿਨੋਂ ਦਿਨ ਝੂਠਾਂ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ, ਬਿਆਨਬਾਜ਼ੀ ਝੂਠੀ ਕੀਤੀ, ਮਿਸਲੀਡ ਕੀਤਾ, ਮਿਸਗਾਈਡ ਕੀਤਾ, ਚਾਹੇ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਦੇ ਨਿਰਮਾਣ ਦੀ ਗੱਲ ਕਰਦੇ ਹੋਣ, ਦਾਅਵੇ ਕਰਦੇ ਹੋਣ, ਮੈਕਸੀਕੋ ਬਾਰਡਰ ਦੇ ਉੱਤੇ ਕੰਧ ਬਣਾਉਣ ਦਾ ਦਾਅਵਾ ਕਰਦੇ ਹੋਣ, ਜਾਂ ਫਿਰ ਰੂਸ ਨਾਲ ਮਿਲੀ ਭੁਗਤ ਕੋਈ ਨਹੀਂ ਸੀ ਇਸ ਗੱਲ ਦਾ ਦਾਅਵਾ ਕਰਦੇ ਹੋਣ। ਇਹ ਤਾਂ ਕੁਝ ਗੱਲਾਂ ਨੇ, ਪਰ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹਨਾਂ ਦਾਅਵਿਆਂ ਦੇ ਅਨੁਸਾਰ 20,000 ਤੋਂ ਜ਼ਿਆਦਾ ਝੂਠ ਬੋਲੇ। ਹੁਣ ਇੱਕ ਦਿਨ ਦੇ ਵਿੱਚ ਕਿੰਨੇ ਝੂਠ ਬੋਲੇ, ਜਮ੍ਹਾਂ ਤਕਸੀਮ ਤੁਸੀਂ ਆਪ ਕਰ ਲਿਓ। ਹੁਣ ਤਾਂ ਅਗਲੀ ਖਬਰ ਵੱਲ ਆਪਾਂ ਰੁਖ ਕਰਦੇ ਹਾਂ। ਹੁਣ ਤੱਕ ਲੋਕਾਂ ਦੇ ਵਿੱਚ, ਭਾਰਤੀ ਲੋਕਾਂ ਦੇ ਵਿੱਚ ਵੀ ਤੇ ਦੁਨੀਆ ਦੇ ਵਿੱਚ ਵੀ ਇਹੀ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਟਰੰਪ ਆਪਸ ਦੇ ਵਿੱਚ ਗੂੜ੍ਹੇ ਯਾਰ ਨੇ। ਪਰ ਯਾਰੀਆਂ ਅੱਖਾਂ ਕਿਵੇਂ ਬਦਲ ਜਾਂਦੀਆਂ ਨੇ ਇਹ ਤੁਹਾਨੂੰ ਪਤਾ ਹੋਣਾ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਦਿਨ ਟਵੀਟ ਕੀਤਾ ਸੀ, ਆਖਿਆ ਸੀ ਕਿ ਜੋ ਬਾਈਡਨ ਦੇ ਨਾਲ ਤਾਂ ਬੜੇ ਪੁਰਾਣੇ ਸੰਬੰਧ ਨੇ, ਇਹਨਾਂ ਨੇ ਭਾਰਤ ਵਾਸਤੇ ਬਹੁਤ ਕੰਮ ਕੀਤਾ ਹੈ। ਤੇ ਹੁਣ ਆ ਟਵੀਟ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜਿਨ੍ਹਾਂ ਨੇ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੂੰ ਜਿੱਤ ਦੀ ਵਧਾਈ ਭੇਜੀ ਹੈ, ਟਵੀਟ ਦੇ ਜ਼ਰੀਏ ਵਧਾਈ ਭੇਜੀ ਹੈ। ਉਹਨਾਂ ਕਿਹਾ ਕਿ ਭਾਰਤ ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਤੁਹਾਡਾ ਯੋਗਦਾਨ ਮਹੱਤਵਪੂਰਨ ਅਤੇ ਅਮੁੱਲ ਸੀ। ਅਸੀਂ ਭਾਰਤ ਅਮਰੀਕਾ ਸੰਬੰਧਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਚਾਈਆਂ 'ਤੇ ਹੁਣ ਲੈ ਜਾਵਾਂਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਸਾਰੇ ਭਾਰਤੀ ਅਮਰੀਕੀਆਂ ਲਈ ਇਹ ਮਾਣ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਮਰਥਨ ਅਤੇ ਅਗਵਾਈ ਨਾਲ ਭਾਰਤ ਅਮਰੀਕਾ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ। ਹੁਣ ਅਗਲੀ ਗੱਲ, ਤੁਹਾਨੂੰ ਯਾਦ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਨੂੰ ਲੈ ਕੇ ਪੰਜਾਬ ਦੇ ਵਿੱਚ ਰੇਲਾਂ ਦੀ ਆਵਾਜਾਈ ਮੁਕੰਮਲ ਤੌਰ ਤੇ ਬੰਦ ਪਈ ਹੈ। ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਆਖ ਦਿੱਤਾ ਕਿ ਅਸੀਂ ਰੇਲ ਮਾਰਗਾਂ ਤੋਂ ਲਾਂਭੇ ਹੋ ਚੁੱਕੇ ਹਾਂ,
पर हाले भी रेलवे विभाग इस गल की जिद ते अड़िया होया कि ये नहीं कि माल गड्डियां चलन जां सवारी गड्डियां चलन, कहते दोवें चलणगियां, किसान नहीं सानू दस सकते। हुण पंजाब दे विच माल गड्डियां की सुचारू अते सुरੱਖਿਅਤ आवाजाही वास्ते अपनी एक बारी फिर तो वचनबद्धता प्रगटाई है, दोहराई है पंजाब के मुख्य मंत्री कैप्टन अमरिंदर सिंह ने। उन्होंने केंद्रीय गृह मंत्री अमित शाह नाल गलबात की है कि रेल सेवावां बहाल करने वास्ते वो यकीनी बनाउण भी ते अपना दखल भी देण। मुख्य मंत्री कैप्टन अमरिंदर सिंह ने इस मामले के जल्दी हल के वास्ते आस प्रगटाई है अते कैप्टन ने अमित शाह दे नाल जदों कल गलबात की इस स्थिति उत्ते विस्तार नाल चर्चा की ਅਤੇ ਉਹਨਾਂ ਨੂੰ ਯਕੀਨ ਵੀ ਦਿਵਾਇਆ ਕਿ ਪੰਜਾਬ ਅਤੇ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ, ਲਦਾਖ ਅਤੇ ਜੰਮੂ ਕਸ਼ਮੀਰ ਦੇ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਜੇਕਰ ਰੇਲ ਸੇਵਾ ਬਹਾਲ ਨਾ ਕੀਤੀ ਗਈ ਤਾਂ ਇਹ ਚਿੰਤਾਜਨਕ ਸਥਿਤੀ ਬਣ ਸਕਦੀ ਹੈ। ਅਮਨ ਕਾਨੂੰਨ ਦੀ ਵਿਵਸਥਾ ਦੀ ਵੀ ਉਹ ਕਹਿੰਦੇ ਕੋਈ ਚਿੰਤਾ ਨਹੀਂ, ਤੁਸੀਂ ਰੇਲਾਂ ਚਲਾਓ। ਉਹ ਕਹਿੰਦੇ ਰੇਲ ਗੱਡੀਆਂ ਨੂੰ ਬੰਦ ਹੋਣ ਕਾਰਨ ਸਾਰਿਆਂ ਨੂੰ, ਇਹ ਸਾਰੇ ਸੂਬਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਸੁਰੱਖਿਆ ਦੀ ਚਿੰਤਾ ਤੇ ਇਸ਼ਾਰਾ ਕਰਦਿਆਂ ਉਹਨਾਂ ਕਿਹਾ कि जेकर रेलवे वालों तुरंत माल गड्डियां चलाउण दा फैसला ना किया गया तो लद्दाख दे विच रखिया बलां घाटी विच बर्फबारी तो पहलां जिहड़ियां जरूरी सेवावां दीयां चीज़ां पुजणियां चाहीदियां ने वो पुज नहीं सकणियां, जिस कारण भारत नूं गंभीर खतरा हो सकता है। कहंदे इस मुद्दे ते गुमराहकुन जानी फैलाई जा रही है जानकारी, उहदा कहंदे मैं खंडन करदा। कैप्टन अमरिंदर सिंह ने कहा कि माल गड्डियां चलाउण दे वास्ते किसानां वल्लों सारियां रेल पटड़ियां खाली कर दित्तियां गईयां ने। वो कहंदे पहिलां इस गल दा असीं रेल मंत्री नूं भी दस चुके हां, शांतमई तरीके नाल किसानी संघर्ष चल रहा है, किसी तरह की आवाजाही दे विच विघन नहीं पा रहे। सो पिछले दिनों तो कहंदे लगभग 1.5 महीने तो देख लो पंजाब दे विच पूरी तरह शांति बरकरार है, किते भी किसानां ने कोई शांति भंग नहीं की। रेलवे मंत्री पीयूष गोयल नूं भी लगभग इस तरह का भरोसा दिता गया सी, उही भरोसा उन्होंने अमित शाह दे नाल गलबात दे विच दोहराया है। हुण वेखदे हां कि पंजाब दे विच माल गड्डियां चालू हुंदियां ने जां केंद्र सरकार हले भी अड़ियल वतीरा रखेगी। पर कल जिहड़े संकेत रेलवे बोर्ड के चेयरमैन ने दिते सी उह तों लगदा कि हाले ये अड़ियल वतीरा जारी रहेगा। उन्हां इस गल का जिक्र किया सी कि किसान रेलवे डिपार्टमेंट नूं नहीं दस सकते कि सिर्फ माल गड्डियां चलाइयां जाण, हजे यात्रु गड्डियां ना चलाइयां जाण। उन्होंने कह दिता सी जे चलणगियां तां दोवें चलणगियां, नहीं तां दोवें बंद रहणगियां। हुण वेखदे हां कि रेल मंत्री नाल मुलाकात, गृह मंत्री नाल कीती मुलाकात कोई रंग लिआउंदी है जां फिर नहीं। बीते दिनां तो तुहाडे नाल खबरां साझीआं करदे आ रहे हां कि जिस दिन मुख्य मंत्री कैप्टन अमरिंदर सिंह विधायकां दे वफद समेत दिल्ली पहुंचे हुए सी, जंतर मंतर ते धरना दे रहे सी ते ईडी उस दिन पटियाले पहुंची हुई सी ते बाद दे विच कैप्टन अमरिंदर सिंह ने कहा सी कि साडे परिवार नूं जानबुझ के निशाना बनाया जा रहा है। कि निशाना बनाउण दा कारण ये दे रहे सी कि असीं पंजाब विधान सभा दे विच केंद्र दे कानूनां दे खिलाफ एक मता पास कर दिता। हालांकि ये कानून बनन तो पहलां अते आ मते पास करन तो पहलां दे समन भी उन्हां नूं जारी हुंदे रहे ने। केस भी ये पुराना रजिस्टर्ड है पर दोबारा फाइल हुण जरूर खोली गई है। हुण पता लग्या कि ईडी कैप्टन के पुत्र रणिंदर सिंह के खिलाफ जिहड़ी विढ़ी गई कार्रवाई तो बाद पंजाब के 26 कांग्रेसी विधायक ने जिहड़े ईडी की रडार ते आ गए है। जानकारी अनुसार विधायकों नूं ईडी जल्द नजायज़ माइनिंग के मामले में नोटिस जारी कर सकती है। ईडी की कार्रवाई नूं लैके मुख्य मंत्री हाउस तो लैके विधायकों तक हलचल पैदा हुई पई है। यह पता लग्या कि ईडी नूं शायद दिल्ली वालों हरी झंडी मिल चुकी है, पर दिल्ली तो कुछ आला अफसर भी जलंधर आके जानकारी अनुसार ईडी के दफ्तर दे विच आके बैठे फाइलां फरोल रहे हैं ਅਤੇ ईडी वालों जांच का दायरा ਵਧਾਏ जाण के संकेत ने। ਇਹਦੇ ਨਾਲ कैप्टन अमरिंदर सिंह के खेमे ਵਿੱਚ हिलचुल साफ नज़र आ रही है। पंजाब ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਦੋਸ਼ श्रोमणी अकाली दल ते भाजपा ते भी लगता रहा जदों उन्हां दी सरकार सी। पर शायद तुहानूं याद होना है कि कैप्टन अमरिंदर सिंह ने सत्ता संभालण तो पहलां पंजाब दी जनता नाल, पंजाब दे लोकां नाल वादा कीता सी कि नजायज़ माइनिंग करन वालियां नूं जेल दीयां सलाखां पिछे सुट्टणगे, उन्हां दा थां जेल विच है, बाहर नहीं। पर पंजाब दे विच माइनिंग घोटाले की बंद हो गए कि उन्हां तो मालिया वसूलिया जा रहा है कि कांग्रेस के सत्ता विच आउंदे नजायज़ माइनिंग के दोष जिहड़े पहलां अकाली भाजपा सरकार ते लगदे सी कि कैप्टन सरकार ते हुण नहीं लगदे। शायद तुहानूं याद होना है
ਕਿ ਇੱਕ ਮੰਤਰੀ ਸੀ ਰਾਣਾ ਗੁਰਜੀਤ ਕੈਪਟਨ ਵਜ਼ਾਰਤ ਦੇ ਵਿੱਚ, ਇਸ ਨਜਾਇਜ਼ ਮਾਈਨਿੰਗ ਦੇ ਕਾਰਨ ਉਹਨਾਂ ਨੂੰ ਕੁਰਸੀ ਛੱਡਣੀ ਪਈ ਸੀ। ਇੰਨਾ ਹੀ ਨਹੀਂ, ਇਹਨਾਂ ਦੋਸ਼ਾਂ ਦੇ ਵਿੱਚ ਜਲੰਧਰ ਦੇ ਸ਼ਾਹਕੋਟ ਤੋਂ ਵਿਧਾਇਕ ਨੇ ਲਾਡੀ ਸ਼ੇਰੋਵਾਲੀਆ, ਉਹਨਾਂ ਤੇ ਵੀ ਮਾਮਲਾ ਦਰਜ ਹੋਇਆ ਸੀ। ਸਟਿੰਗ ਆਪਰੇਸ਼ਨ ਦੀ ਵੀਡੀਓ ਇੱਕ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਇਸ ਤਰ੍ਹਾਂ ਨਜਾਇਜ਼ ਮਾਈਨਿੰਗ ਦੇ ਦੋਸ਼ ਕਈ ਹੋਰ ਵਿਧਾਇਕਾਂ ਤੇ ਵੀ ਲੱਗਦੇ ਆ। ਹੁਣ ਜੇ ਕੱਲ ਨੂੰ ਇਹ ਕਹਿਣ ਨਾ ਕਿ ਸਾਨੂੰ ਆਹ ਜਿਹੜੇ ਮਤੇ ਪਾਸ ਕਰਕੇ ਇਹਦੇ ਕਰਕੇ ਈਡੀ ਸਾਡੇ ਤੇ ਆ ਹੁਣ ਲਗਭਗ ਫਾਈਲਾਂ ਸਾਡੀਆਂ ਫਰੋਲ ਕੇ ਬਹਿ ਗਈ, ਹੋ ਸਕਦਾ ਕਿ ਉਹ ਆਧਾਰ ਇਹ ਬਣਾਉਣ, ਪਰ ਇਹ ਦੱਸ ਦੇਣ ਕਿ ਆਹ ਨਜਾਇਜ਼ ਮਾਈਨਿੰਗ ਦੇ ਦੋਸ਼ ਜਿਹੜੇ ਅਕਾਲੀ ਭਾਜਪਾ ਸਰਕਾਰ ਤੇ ਲੱਗਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਨਹੀਂ ਲੱਗਦੇ, ਕਿ ਰਾਣਾ ਗੁਰਜੀਤ ਨੂੰ ਕੁਰਸੀ ਨਹੀਂ ਛੱਡਣੀ ਪਈ, ਜਾਂ ਨਜਾਇਜ਼ ਮਾਈਨਿੰਗ ਇਸ ਵਕਤ ਪੰਜਾਬ ਦੇ ਵਿੱਚ ਬੰਦ ਹੋ ਗਈ ਹੈ। ਜੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਕੁਝ ਵੱਡੇ ਲੋਕ ਕਰਾਉਂਦੇ ਸੀ, ਇਹਦਾ ਮਤਲਬ ਨਜਾਇਜ਼ ਮਾਈਨਿੰਗ ਹੁਣ ਹੋ ਰਹੀ ਹੈ। ਪਹਿਲਾਂ ਉਹ ਕਰਾਉਂਦੇ ਸੀ, ਹੁਣ ਕੋਈ ਹੋਰ ਕਰਾ ਰਿਹਾ, ਹੋ ਤੇ ਰਹੀ ਹੈ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਕੀ ਹੈ। ਅਗਲੀ ਜਿਹੜੀ ਇਹ ਵੀ ਬੜੀ ਮਹੱਤਵਪੂਰਨ ਖਬਰ ਹੈ, ਭਾਰਤ ਅਤੇ ਚੀਨ ਸੁਰਖੀਆਂ ਵਿੱਚ ਵੀ ਨੇ ਅਤੇ ਆਪਸ ਦੇ ਵਿੱਚ ਲਗਾਤਾਰ ਤਣਾਅ ਵੀ ਜਾਰੀ ਹੈ। ਤੇ ਇਸ ਤਣਾਅ ਨੂੰ ਖਤਮ ਕਰਨ ਦੇ ਵਾਸਤੇ ਭਾਰਤ ਅਤੇ ਚੀਨ ਦੇ ਸੀਨੀਅਰ ਫੌਜੀ ਕਮਾਂਡਰਾਂ ਦੇ ਵਿਚਕਾਰ ਕਈ ਵਾਰ ਗੱਲਬਾਤ ਹੋਈ ਹੈ, ਕਈ ਗੇੜ ਦੀ ਗੱਲਬਾਤ ਹੋਈ ਹੈ, ਪਰ ਬੇਸਟਾ ਰਹੀ ਹੈ। ਦੋਵਾਂ ਹੀ ਧਿਰਾਂ ਨੇ ਪੂਰਬੀ ਲੱਦਾਖ ਦੇ ਵਿੱਚ 826 ਕਿਲੋਮੀਟਰ ਸਰਹੱਦ ਦੇ ਨਾਲ ਮਿਜ਼ਾਈਲਾਂ, ਤੋਪਾਂ, ਏਅਰ ਡਿਫੈਂਸ ਸਿਸਟਮ, ਲੜਾਕੂ ਜਹਾਜ਼ਾਂ ਤੋਂ ਇਲਾਵਾ 50,000 ਤੋਂ ਵੱਧ ਫੌਜੀ ਜਵਾਨ ਤਾਇਨਾਤ ਕੀਤੇ ਹੋਏ ਹੈ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ 6 ਮਈ ਤੋਂ ਜਾਰੀ ਤਣਾਅ ਨੂੰ 6 ਮਹੀਨੇ ਹੋ ਚੁੱਕੇ ਹੈ। ਦੋਵੇਂ ਧਿਰਾਂ ਕੂਟਨੀਤਿਕ ਅਤੇ ਫੌਜੀ ਪੱਧਰ ਤੇ ਗੱਲਬਾਤ ਦੇ ਕਈ ਗੇੜ ਇਸ ਵਕਤ ਤੱਕ ਭੁਗਤਾ ਚੁੱਕੀਆਂ ਨੇ, ਪਰ ਨਤੀਜੇ ਬੇਸਿੱਟਾ ਰਹੇ ਹੈ। ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਤੁਹਾਨੂੰ ਪਤਾ ਕਿ ਜਿਨ੍ਹਾਂ ਦੇ ਫੌਜੀ ਪੁੱਤ ਇਸ ਵਕਤ ਸਰਹੱਦ ਤੇ ਖੜੇ ਨੇ, ਉਹਨਾਂ ਵਾਸਤੇ ਇੱਕ ਸਕਿੰਟ ਧੜਕਣ ਤੇਜ਼ ਹੁੰਦੀ ਰਹਿੰਦੀ ਹੈ। ਤੁਹਾਨੂੰ ਯਾਦ ਇਹ ਵੀ ਹੋਣਾ ਕਿ ਇੱਥੇ ਹੀ ਗਲਵਾਨ ਘਾਟੀ ਦੇ ਵਿੱਚ ਇੱਕ ਝੜਪ ਹੋਈ ਸੀ, ਜਿਸ ਦੇ ਵਿੱਚ ਭਾਰਤ ਦੇ ਕਈ ਫੌਜੀ ਜਵਾਨ ਸ਼ਹਾਦਤ ਦਾ ਇਲਜ਼ਾਮ ਪੀ ਗਏ ਸੀ। ਤੇ ਦੂਸਰੇ ਪਾਸੇ ਚੀਨ ਵਾਲੇ ਪਾਸਿਓਂ ਤੋਂ ਪਹਿਲਾਂ ਕੋਈ ਖਬਰ ਨਹੀਂ ਸੀ ਆਈ, ਪਰ ਬਾਅਦ ਦੇ ਵਿੱਚ ਪਤਾ ਲੱਗਿਆ ਸੀ ਨੁਕਸਾਨ ਉਹਨਾਂ ਦਾ ਵੀ ਓਡੇ ਵੱਡੇ ਪੱਧਰ ਤੇ ਹੀ ਹੋਇਆ। ਕੁਝ ਵੀ ਹੋਵੇ, ਦੋਵੇਂ ਮੁਲਕਾਂ ਦੀ ਭਲਾਈ ਇਸੇ ਗੱਲ ਵਿੱਚ ਹੈ ਕਿ ਦੋਵੇਂ ਵੱਡੀਆਂ ਤਾਕਤਾਂ ਨੇ, ਦੋਵਾਂ ਕੋਲ ਨਿਊਕਲੀਅਰ ਬੰਬ ਵੀ ਨੇ, ਪਾਵਰ ਵੀ ਨੇ। ਸੋ ਇਸ ਕਰਕੇ ਜੇਕਰ ਠੰਡ ਠੰਡੌਲਾ ਰਹੇ, ਦੋਵੇਂ ਮੁਲਕਾਂ ਦੀ ਤਰੱਕੀ ਵਾਸਤੇ ਚੰਗਾ ਹੈ, ਦੋਵਾਂ ਮੁਲਕਾਂ ਵਾਸਤੇ ਚੰਗਾ ਹੈ ਤੇ ਸਮੁੱਚੇ ਖੇਤਰ ਵਾਸਤੇ ਚੰਗਾ ਹੈ। ਅਗਲੀ ਖਬਰ, ਭਾਰਤ ਦੇ ਵਿੱਚ ਨੋਟਬੰਦੀ ਹੋਈ ਸੀ। ਸ਼ਾਇਦ 8 ਨਵੰਬਰ ਦਾ ਦਿਨ ਤਾਂ ਭਾਰਤੀ ਲੋਕ ਕਦੇ ਵੀ ਨਾ ਭੁੱਲਣ। ਹੋ ਸਕਦਾ ਕਿਸੇ ਵਾਸਤੇ ਬਹੁਤ ਮਾੜਾ ਦਿਨ ਤੇ ਭਿਆਨਕ ਦਿਨ ਹੋਵੇ ਤੇ ਕਈਆਂ ਵਾਸਤੇ ਖਾਸ ਵੀ ਹੋਵੇ। 4 ਸਾਲ ਪਹਿਲਾਂ 8 ਨਵੰਬਰ ਦੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਰਾਤ ਦੇ 8 ਵਜੇ ਦੂਰਦਰਸ਼ਨ ਰਾਹੀਂ ਮੁਲਕ ਨੂੰ ਸੰਬੋਧਨ ਹੋਏ ਸੀ ਤੇ ਐਂ ਸਗੂਫਾ ਮਾਰਿਆ ਸੀ ਕੱਢ ਕੇ, ਕਹਿੰਦੇ ਅੱਜ ਤੋਂ ਬਾਅਦ 500 ਅਤੇ 1000 ਦੇ ਪੁਰਾਣੇ ਨੋਟ ਬੰਦ। ਨੋਟਬੰਦੀ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਤੇ ਇਸ ਨਾਲ ਕੁਝ ਦਿਨ ਮੁਲਕ ਦੇ ਵਿੱਚ ਅਫਰਾ ਤਫਰੀ, ਕਈ ਮਾਹੌਲ ਵਿਗੜਿਆ ਜਾ ਰਿਹਾ, ਤਣਾਅਪੂਰਨ ਰਿਹਾ। ਬੈਂਕਾਂ ਦੇ ਅੱਗੇ ਤੁਸੀਂ ਲੰਬੀਆਂ ਕਤਾਰਾਂ ਬਹੁਤ ਸਾਰੇ ਲੋਕਾਂ ਨੇ ਦੇਖੀਆਂ ਹੋਣਗੀਆਂ। ਹੋ ਸਕਦਾ ਉਹਨਾਂ ਕਤਾਰਾਂ ਦਾ ਤੁਸੀਂ ਵੀ ਸ਼ਿੰਗਾਰ ਬਣੇ ਹੋਵੋ, ਲੱਗੇ ਹੋਵੋ, ਭੁੱਖੇ ਪਿਆਸੇ ਵੀ ਰਹੇ ਹੋਵੋ। ਤੇ ਬਾਅਦ ਦੇ ਵਿੱਚ 500 ਅਤੇ 2000 ਦੇ ਨਵੇਂ ਨੋਟ ਵੀ ਜਾਰੀ ਕੀਤੇ ਗਏ ਸੀ। ਸਰਕਾਰ ਨੇ ਐਲਾਨ ਕੀਤਾ ਕਿ ਮੁਲਕ ਵਿੱਚ ਕਾਲਾ ਧਨ ਅਤੇ ਨਕਲੀ ਕਰੰਸੀ ਨੂੰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਦਮ ਪੁੱਟੇ ਸੀ। ਪੁਰਾਣੇ ਨੋਟ ਵਟਾਉਣ ਵਾਸਤੇ ਲੋਕ ਦਿਨ ਰਾਤ ਲਾਈਨਾਂ ਵਿੱਚ ਖੜੇ ਤੇ ਉਸ ਲਾਈਨਾਂ ਦੇ ਵਿੱਚ ਲੱਗੇ ਲੋਕਾਂ ਵਿੱਚੋਂ ਕਈਆਂ ਦੀ ਮੌਤ ਵੀ ਹੋਈ ਸੀ ਤੇ ਕਈ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਸਾਹਮਣੇ ਆਈਆਂ ਸੀ ਕਿ ਕਈ ਵਿਅਕਤੀ ਘਰਾਂ ਦੇ ਵਿੱਚ 40-40, 50-50 ਜਾਂ 60-60 ਹਜ਼ਾਰ ਦੇ ਬਦਲੇ ਖੁਦਕੁਸ਼ੀ ਕਰ ਗਏ ਸੀ। ਪਰ ਕਈ ਬੀਬੀਆਂ ਨੇ ਇਹ ਤੋਂ ਵੱਧ ਪੈਸੇ ਲੁਕੋ ਕੇ ਰੱਖੇ ਹੋਏ ਸੀ, ਗੋਝਾਂ ਰੱਖੀਆਂ ਹੋਈਆਂ ਸੀ। ਸ਼ਾਇਦ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਵਿੱਚ ਜਦੋਂ ਇੱਕ ਔਰਤ ਕੱਢ ਕੇ ਲੁਕੋਏ ਗੋਝੇ ਦੇ ਪੈਸੇ ਵਟਾਉਣ ਵਾਸਤੇ ਆਪਣੇ ਪੁੱਤਰ ਨਾਲ ਗੱਲਬਾਤ ਕਰਦੀ ਸੀ। ਪੁੱਤ ਕਹਿੰਦਾ, ਮਾਂ ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਮੇਰਾ ਬਾਪ 50,000 ਪਿੱਛੇ ਖੁਦਕੁਸ਼ੀ ਕਰ ਗਿਆ ਤੇ ਤੂੰ ਇਹਦੇ ਤੋਂ ਵੱਧ ਪੈਸੇ ਲੁਕੋਈ ਬੈਠੀ ਸੀ। ਬਹੁਤ ਸਾਰੇ ਲੋਕ ਸੰਸਕਾਰ ਨਹੀਂ ਸੀ ਕਰ ਸਕੇ, ਬਹੁਤ ਸਾਰੇ ਧੀਆਂ ਦੇ ਵਿਆਹ ਨਹੀਂ ਸੀ ਇਸ ਕਾਰਨ ਕਰ ਸਕੇ, ਪਰ ਸਰਕਾਰ ਨੇ ਉਹਦੇ ਤੋਂ ਵੱਧ ਚੋਣ ਹੋਈ। ਜੇ ਇਹ ਬਹੁਤ ਵੱਡੀ ਪ੍ਰਾਪਤੀ ਸੀ ਸਰਕਾਰ ਦੀ ਤਾਂ ਚੋਣਾਂ ਵੇਲੇ ਜ਼ਿਕਰ ਨਹੀਂ ਕੀਤਾ। ਨਾ ਸਰਕਾਰ ਨੇ ਇਹੀ ਦੱਸਿਆ ਕਿ ਇਹਦੇ ਨਾਲ ਕਿੰਨਾ ਕੁ ਕਾਲਾ ਧਨ ਵਾਪਸ ਆ ਗਿਆ। ਖੈਰ ਕੁਝ ਵੀ ਹੋਵੇ, ਇਹ ਨੋਟਬੰਦੀ 8 ਨਵੰਬਰ ਤੇ ਰਾਤ ਦੇ 8 ਵਜੇ ਭਾਰਤ ਦੇ ਇਤਿਹਾਸ ਦੇ ਵਿੱਚ ਭਾਰਤੀ ਲੋਕ ਕਦੇ ਭੁੱਲ ਨਹੀਂ ਸਕਣਗੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ।
ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਚੰਗੀਆਂ ਲੱਗੀਆਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਸਾਡਾ ਚੈਨਲ ਜੇਕਰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਇਹਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।